ਧੰਨ ਵਾਹਿਗੁਰੂ ਸਾਹਿਬ ਜੀਓ। ਇੱਕ ਓੰਕਾਰ ਸਤਿਗੁਰ ਪ੍ਰਸਾਦ। ਸ਼ਲੋਕ ਮਹਲਾ ਨੌਵਾਂ। ਗੁਣ ਗੋਬਿੰਦ ਗਾਇਓ ਨਹੀਂ, ਜਨਮ ਅਕਾਰਥ ਕੀਨ। ਕਹੋ ਨਾਨਕ ਹਰਿ ਭਜ ਮਨ, ਜਿਹ ਬਿਦ ਜਲ ਕੋ ਮੀਨ। ਗੁਣ ਗੋਬਿੰਦ ਗਾਇਓ ਨਹੀਂ, ਜਨਮ ਅਕਾਰਥ ਕੀਨ। ਕਹੋ ਨਾਨਕ ਹਰਿ ਭਜ ਮਨ, ਜਿਹ ਬਿਦ ਜਲ ਕੋ ਮੀਨ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅੰਮ੍ਰਿਤਸਰ ਸਾਹਿਬ ਦੀ ਪਵਿੱਤਰ ਧਰਤੀ, ਉਸ ਪਾਵਨ ਸਥਾਨ ਤੇ ਗੁਰੂ ਹਰਗੋਬਿੰਦ ਸਾਹਿਬ ਦੇ ਘਰ 1 ਅਪ੍ਰੈਲ ਐਤਵਾਰ 1621 ਨੂੰ ਧੰਨ ਗੁਰੂ ਤੇਗ ਬਹਾਦਰ ਸਾਹਿਬ ਸੱਚੇ ਪਾਤਸ਼ਾਹ ਦਾ ਪ੍ਰਕਾਸ਼ ਹੋਇਆ ਸੀ। 400 ਸਾਲ ਬਾਅਦ 2021 ਸਨ ਆ ਰਿਹਾ ਹੈ। ਇਹ ਚੌਥੀ ਸ਼ਤਾਬਦੀ ਹੈ। ਸ਼ਤਾਬਦੀ ਕਹਿੰਦੇ ਨੇ ਜਿਹੜੀ 100 ਸਾਲ ਬਾਅਦ ਆਉਂਦੀ ਹੈ। ਤਾਂ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਸ਼ਤਾਬਦੀ ਨੂੰ ਮੱਦੇਨਜ਼ਰ ਰੱਖਦੇ ਹਾਂ, ਅੱਜ ਤੋਂ ਆਪਾਂ ਧੰਨ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਪਾਵਨ ਸ਼ਲੋਕਾਂ ਦੀ ਵਿਚਾਰ ਆਰੰਭ ਕੀਤੀ। ਆਉਣ ਵਾਲੇ ਇਹਨਾਂ ਦਿਨਾਂ ਵਿੱਚ ਆਪਾਂ ਇਸ ਪਾਵਨ ਬਾਣੀ ਦੀ ਵਿਚਾਰ ਸਾਂਝੀ ਕਰਦੇ ਰਹਾਂਗੇ। ਸਾਰੀ ਦੁਨੀਆ ਵਿੱਚ, ਧਰਮ ਦੀ ਦੁਨੀਆ ਵਿੱਚ ਰੱਬ ਦੀ ਇਬਾਦਤ ਸਭ ਤੋਂ ਉੱਤੇ ਹੈ। ਰੱਬ ਦੀ ਇਬਾਦਤ ਕਰਨੀ, ਪਰ ਇਬਾਦਤ ਕਰਨ ਦਾ ਢੰਗ ਸਾਰਿਆਂ ਦਾ ਆਪੋ ਆਪਣਾ ਹੈ। ਜੇ ਉਸ ਢੰਗ ਨੂੰ, ਜੇ ਉਸ ਤਰੀਕੇ ਨੂੰ ਗੰਭੀਰਤਾ ਨਾਲ ਵਿਚਾਰੀਏ ਤਾਂ ਉਹਦੇ ਵਿੱਚੋਂ ਬਹੁਤੀ ਵਾਰੀ ਜਿਹੜਾ ਸੰਸਾਰ ਕਰਮ ਕਮਾ ਰਿਹਾ ਹੈ, ਉਹ ਇਉਂ ਹੀ ਲੱਗਦਾ ਹੈ ਵੀ ਜਿਵੇਂ ਦੁੱਧ ਦੇ ਭੁਲੇਖੇ, ਦਹੀਂ ਦੇ ਭੁਲੇਖੇ, ਦੱਦ ਕੇ ਭੋਲੇ ਬਿਰੋਲੇ ਨੀਰ, ਸਿਰਫ ਪਾਣੀ ਰੜਕ ਰਿਹਾ, ਪ੍ਰਾਪਤੀ ਕੁਛ ਵੀ ਨਹੀਂ ਹੋਣੀ। ਸਤਿਗੁਰੂ ਜੀ ਨੇ ਕਿਰਪਾ ਕਰਕੇ ਸਾਨੂੰ ਗੱਲ ਸਮਝਾਈ, ਕਰਮ ਕਾਂਡ ਦੀ ਦੁਨੀਆ ਵਿੱਚੋਂ ਅਸਲੀਅਤ ਨਾਲ ਕਿਵੇਂ ਛੁੱਟਣਾ ਹੈ। ਬਹੁਤ ਗੰਭੀਰ ਵਿਚਾਰ ਹੈ ਤੇ ਮੈਂ ਬੇਨਤੀ ਕਰਾਂ, ਇਹਨੂੰ ਗੰਭੀਰਤਾ ਨਾਲ ਸਰਵਣ ਕਰਨ ਦੀ ਕੋਸ਼ਿਸ਼ ਕਰਿਓ। ਗੁਰੂ ਸਾਹਿਬ ਨੇ ਬਿਲਕੁਲ ਨਵੇਕਲਾ ਢੰਗ ਸਾਨੂੰ ਬਖਸ਼ਿਸ਼ ਕੀਤਾ ਹੈ। ਸਰੀਰਕ ਸਾਧਨਾ, ਸਰੀਰਕ ਕਿਸੇ ਤਰ੍ਹਾਂ ਦੇ ਕਸ਼ਟ ਕੱਟਣ ਦੀ ਲੋੜ ਨਹੀਂ। ਸੌਖੀ ਜਿਹੀ ਗੱਲ ਹੈ, ਰੱਬ ਦੇ ਪਰਉਪਕਾਰਾਂ ਨੂੰ ਚੇਤੇ ਕਰਨਾ, ਉਹਦੇ ਗੁਣ ਗਾਉਣੇ ਨੇ। ਅਸਲ ਵਿੱਚ ਦੁਨੀਆ ਵਿੱਚ ਜਦੋਂ ਵੀ ਕਦੇ ਕੀਮਤ ਪਈ ਹੈ ਤਾਂ ਸਿਰਫ ਗੁਣਾਂ ਦੀ ਪਈ ਹੈ। ਅਗਰ ਕਿਸੇ ਮਨੁੱਖ ਨੂੰ ਦੁਰਕਾਰਿਆ ਜਾਂਦਾ ਹੈ ਤਾਂ ਕੇਵਲ ਔਗੁਣਾਂ ਦੇ ਕਾਰਨ ਦੁਰਕਾਰਿਆ ਜਾਂਦਾ ਹੈ। ਜਿਹਦੇ ਵਿੱਚ ਜਿਤਨੇ ਗੁਣ ਵਧੇਕ ਨੇ ਉਹਦਾ ਉਤਨਾ ਸਨਮਾਨ ਹੈ, ਜਿਹਦੇ ਵਿੱਚ ਜਿਤਨੇ ਔਗੁਣ ਵਧੇਕ ਨੇ ਉਹ ਉਨਾ ਦੁਨੀਆ 'ਚ ਤਿਰਸਕਾਰਿਆ ਜਾਂਦਾ ਹੈ। ਰੱਬ ਦੇ ਘਰ ਵੀ ਬਸ ਇਹੋ ਹੀ ਕਹਾਣੀ ਹੈ। ਫਰਕ ਸਿਰਫ ਸੰਸਾਰ ਤੇ ਨਿਰੰਕਾਰ ਵਿੱਚ ਇੰਨਾ ਹੈ, ਸੰਸਾਰ ਕਹਿ ਸਕਦਾ ਤੂੰ ਮੈਨੂੰ ਗੁਣ ਦਿੱਤੇ ਨਹੀਂ। ਰੱਬ ਦੇ ਘਰ ਵਿੱਚ ਖੂਬੀ ਆ, ਉਹਨੇ ਗੁਣ ਦੇ ਕੇ ਭੇਜਿਆ। ਤੁਸੀਂ ਕਦੇ ਬੱਚੇ ਨੂੰ ਵੇਖਣਾ, ਛੋਟਾ ਬੱਚਾ ਮਾਂ ਦੀ ਗੋਦ ਵਿੱਚ ਹੈ, ਹਰ ਇੱਕ ਦਾ ਜੀ ਕਰਦਾ ਉਹਨੂੰ ਬੁਲਾਈਏ, ਕਿਉਂਕਿ ਉਹਦੇ 'ਚ ਰੱਬੀ ਗੁਣ ਹੈ, ਉਹਦੇ 'ਚ ਪਰਾਈ ਤਾਕਤ ਨਹੀਂ ਹੈ।
ਉਹਦੇ 'ਚ ਕਾਮ ਦਾ, ਕ੍ਰੋਧ ਦਾ, ਲੋਭ ਦਾ, ਮੋਹ ਦਾ, ਹੰਕਾਰ ਦਾ, ਈਰਖਾ ਦਾ, ਤ੍ਰਿਸ਼ਨਾ ਦਾ ਕੋਈ ਅਸਰ ਨਹੀਂ ਹੈ। ਬਲਕਿ ਬੱਚਾ ਉਦੋਂ ਕਹਿੰਦੇ ਹੀ ਤਾਂ ਨੇ, ਵਿਦਵਾਨਾਂ ਦੀ ਰਾਏ ਹੈ, ਉਹਨੂੰ ਬਚਿਆ ਹੋਇਆ ਹੋਣ ਕਰਕੇ ਉਹਨੂੰ ਬੱਚਾ ਕਹਿੰਦੇ ਨੇ। ਉਹ ਵਿਕਾਰਾਂ ਦੀ ਦੁਨੀਆ ਤੋਂ ਬਚਿਆ ਹੋਇਆ ਹਜੇ। ਜਿਉਂ ਸੰਸਾਰ ਦਾ ਰੰਗ ਲੱਗਦਾ ਹੈ, ਤਿਉਂ ਰੱਬ ਭੁੱਲਦਾ ਜਾਂਦਾ ਹੈ ਤੇ ਸੰਸਾਰ ਚੇਤੇ ਆਉਂਦਾ ਹੈ। ਤੇ ਯਾਦ ਰੱਖਿਓ, ਇੱਕ ਦਿਨ ਵਕਤ ਐਸਾ ਹੁੰਦਾ ਹੈ, ਹਰ ਬਿਸਰਤ ਤੇਰੇ ਗੁਣ ਗਲਿਆ। ਰੱਬ ਦੀ ਯਾਦ ਨੂੰ ਭੁਲਾ ਕੇ ਰੱਬੀ ਗੁਣ ਗਲ ਗਏ ਤੇ ਜੀਵਨ ਔਗਣਾਂ ਦਾ ਭਰਿਆ ਹੋਇਆ ਬਣ ਗਿਆ। ਹੁਣ ਜਿਹੜਾ ਔਗਣਾਂ ਦਾ ਭਰਿਆ ਹੋਇਆ ਉਹ ਮਾਲਕ ਦੇ ਦਰ ਤੋਂ ਵੀ ਵਿਛੜ ਗਿਆ। ਸਤਿਗੁਰੂ ਜੀ ਦਾ ਪਾਵਨ ਬਚਨ ਹੈ, ਕਹਿਣ ਲੱਗੇ ਮੈਂ ਕਿਵੇਂ ਮਾਲਕ ਨੂੰ ਮਿਲਾਂ ਜਦੋਂ ਮੈਂ ਆਪਣੇ ਵੱਲ ਵੇਖਣਾ ਹੈ। ਇਹ ਮੈਨੂੰ ਇਉਂ ਪ੍ਰਤੀਤ ਹੁੰਦਾ ਹੈ, ਹਮ ਅਵਗੁਣ ਭਰੇ ਏਕ ਗੁਣ ਨਾਹੀ, ਅੰਮ੍ਰਿਤ ਛਾੜ ਵਿਖੇ ਵਿਖਾਹੀ, ਮਾਇਆ ਮੋਹ ਭਰਮ ਪੈ ਭੂਲੇ, ਸੁਤ ਦਾਰਾ ਸਿਉ ਪ੍ਰੀਤ ਲਗਾਈ, ਇੱਕ ਉੱਤਮ ਪੰਥ ਸੁਣਿਓ ਗੁਰ ਸੰਗਤ, ਤਿਹ ਮਿਲੰਤ ਜਮ ਤਰਾਸ ਮਿਟਾਈ, ਇੱਕ ਅਰਦਾਸ ਪਾਠ ਕੀਰਤ ਕੀ, ਗੁਰੂ ਰਾਮਦਾਸ ਰਾਖੋ ਸ਼ਰਣਾਈ। ਗੁਰੂ ਤੇਗ ਬਹਾਦਰ ਸਾਹਿਬ ਜੀ ਨੇ ਬਿਲਕੁਲ ਨਵੇਕਲਾ ਪੱਖ ਸਾਨੂੰ ਸਾਰੀ ਬਾਣੀ ਵਿੱਚ ਇਹ ਸਮਝਾਇਆ। ਉਹਨਾਂ ਦੇ ਪਾਵਨ 116 ਬਚਨ ਨੇ, ਯਾਦ ਰੱਖੋ 116 ਬਚਨ ਹੀ ਸ਼ੇਖ ਫਰੀਦ ਦੇ ਨੇ। ਉਹਨਾਂ ਦੀ ਬਾਣੀ ਆਰੰਭਤਾ ਦੀ ਹੈ। ਸਭ ਤੋਂ ਪੁਰਾਣੀ ਬਾਣੀ ਜਿਹੜੀ ਉਹ ਭਗਤ ਜੈਦੇਵ ਜੀ ਤੇ ਭਗਤ ਸ਼ੇਖ ਫਰੀਦ ਦੀ ਬਾਣੀ ਹੈ। ਉਹਨਾਂ ਦੀ ਵੀ 116 ਬਚਨ ਨੇ, 4 ਸ਼ਬਦ ਨੇ, 112 ਉਹਨਾਂ ਦੇ ਪਾਵਨ ਸਰੂਪ ਨੇ। ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਵੀ 59 ਉਹਨਾਂ ਦੇ ਪਾਵਨ ਬਚਨ ਨੇ ਤੇ 57 ਸਰੂਪ ਨੇ, 116 ਬਚਨ ਉਹਨਾਂ ਦੇ ਨੇ। 14 ਰਾਗਾਂ ਵਿੱਚ ਪਾਵਨ ਬਚਨ ਨੇ, ਪਰ ਇੱਕ 15ਵਾਂ ਰਾਗ ਹੈ ਜੈ ਜੈਵੰਤੀ, ਉਹ ਕੇਵਲ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਪਾਵਨ 4 ਸ਼ਬਦ ਨੇ। ਹਜ਼ੂਰ ਨੇ ਨਿਵੇਕਲੀ ਢੰਗ ਨਾਲ ਗੁਰਮਤਿ ਦਾ ਰਾਹ ਪਕੜਾਇਆ ਸਾਨੂੰ, ਬੜੇ ਅਜੀਬ ਢੰਗ ਨਾਲ। ਮਾਲਕ ਜੀ ਆਖਦੇ ਨੇ, ਕਹਿਣ ਲੱਗੇ ਭਲਿਆ ਰੱਬ ਨੇ ਤੈਨੂੰ ਗੁਣ ਦੇ ਕੇ ਭੇਜਿਆ ਸੀ, ਤੂੰ ਇੱਥੇ ਆ ਕੇ ਭੁੱਲ ਗਿਆ। ਹੁਣ ਜੇ ਉਹ ਗੁਣ ਵਾਪਸ ਪ੍ਰਾਪਤ ਕਰਨੇ ਹੋਣ ਤੇ ਤੈਨੂੰ ਗੁਣ ਹੀ ਗਾਉਣੇ ਪੈਣਗੇ। ਗੁਣ ਗਾਉਂਦਿਆਂ ਮਾਲਕ ਦੇ ਚਰਨਾਂ ਵਿੱਚ ਜੁੜ ਜਾਏਗਾ। ਸਤਿਗੁਰੂ ਜੀ ਦੇ ਪਾਵਨ ਬਚਨ ਪੜ੍ਹਦੇ ਹੋ। ਹਜ਼ੂਰ ਆਖਦੇ ਨੇ, ਕਹਿਣ ਲੱਗੇ ਮੈਂ ਤੈਨੂੰ ਵਾਰ-ਵਾਰ ਇੱਕ ਗੱਲ ਕਹਿਣਾ, ਸਾਰ ਰਸਨਾ ਧਨ ਧਨ ਹੈ ਮੇਰੀ ਜਿੰਦੜੀਏ, ਗੁਣ ਗਾਵੇ ਹਰ ਪ੍ਰਭ ਕੇਰੇ ਰਾਮ। ਜਿਹੜੇ ਰੱਬ ਦੇ ਗੁਣ ਗਾਉਂਦੇ ਨੇ, ਪਰਮੇਸ਼ਰ ਦੇ ਗੁਣ ਗਾਉਂਦੇ ਨੇ, ਨਿਰੰਕਾਰ ਦੇ ਗੁਣ ਗਾਉਂਦੇ ਨੇ। ਇਹ ਬਚਨ ਵੀ ਬਹੁਤ ਵਾਰੀ ਪੜ੍ਹਦੇ ਹੋਵੋਗੇ। ਰਸਨਾ ਗੁਣ ਕੋ ਪਾਲ ਨਿਤ ਗਾਇਨ, ਸ਼ਾਂਤ ਸਹਿਜ ਰਹਸ ਮਨ ਉਪਜਿਓ, ਸਗਲੇ ਦੁਖ ਭੁਲਾਇਨ। ਔਰ ਗੁਰਦੇਵ ਨੇ ਸਾਰੀ ਬਾਣੀ ਵਿੱਚ ਬੜੀਆਂ ਉਦਾਹਰਨਾਂ ਦਿੱਤੀਆਂ ਨੇ। ਕਦੇ ਜ਼ਿਕਰ ਕੀਤਾ ਬਗਲੇ ਦਾ, ਕਹਿਣ ਲੱਗੇ ਉਹਦੇ ਔਗਣ ਕਾਰਨ ਹੈ। ਕਦੇ ਜ਼ਿਕਰ ਕੀਤਾ ਹੰਸ ਦਾ, ਤੇ ਸਾਹਿਬ ਉਹਦੇ ਗੁਣਾਂ ਦੀ ਗੱਲ ਕਰਦੇ ਨੇ। ਕਦੇ ਜ਼ਿਕਰ ਕੀਤਾ ਸਿਮਲ ਰੁੱਖ ਦਾ, ਉਹਦੇ ਔਗਣ ਨੇ। ਕਦੇ ਜ਼ਿਕਰ ਕੀਤਾ ਸੱਚੇ ਪਾਤਸ਼ਾਹ ਨੇ ਚੰਦਨ ਦਾ, ਉਹਦੇ 'ਚ ਗੁਣ ਨੇ, ਕਿਵੇਂ ਆਪਣੇ ਗੁਣ ਵੰਡਦਾ ਹੈ। ਕਦੇ ਸੱਚੇ ਪਾਤਸ਼ਾਹ ਨੇ ਜ਼ਿਕਰ ਕੀਤਾ, ਕਹਿਣ ਲੱਗੇ ਤੈਨੂੰ ਮੈਂ ਵਿਖਾਵਾਂ, ਇੱਕ ਚਿੜੀ ਵੀ ਖੁਦਾ ਖੁਦਾ ਕਰਦੀ ਭਲਿਆ। ਇੱਕ ਚਿੜੀ ਵੀ ਰੱਬ ਨੂੰ ਜਪਦੀ ਹੈ, ਇੱਕ ਟਿੱਡਾ ਵੀ ਰੱਬ ਨੂੰ ਜਪਦਾ ਹੈ। ਨਿੱਕੀ ਨਿੱਕੀ ਗੱਲ ਹਜ਼ੂਰ ਸੱਚੇ ਪਾਤਸ਼ਾਹ ਨੇ ਗੁਰਬਾਣੀ ਵਿੱਚ ਸਾਨੂੰ ਦਿਖਾਈ ਹੈ। ਬੜੇ ਜੀਵ ਜੰਤੂਆਂ ਦੀ ਉਦਾਹਰਨਾਂ ਸਤਿਗੁਰੂ ਜੀ ਨੇ ਬਖਸ਼ਿਸ਼ ਕੀਤੀਆਂ। ਕਹਿਣ ਲੱਗੇ ਬਬੀਹੇ ਨੂੰ ਦੇਖ, ਇਹ ਸਾਰੇ ਦੇ ਸਾਰੇ ਰੱਬ ਦੇ ਗੁਣ ਗਾਉਂਦੇ ਨੇ, ਇਹ ਕਿਸੇ ਦੇ ਨਹੀਂ ਗੁਣ ਗਾਉਂਦੇ। ਹਾਲਾਂਕਿ ਇਹ ਵੀ ਆਪਣੀ ਲੋੜ ਕਿਸੇ ਦਰਖਤ ਤੋਂ ਪੂਰੀ ਕਰਦੇ ਨੇ, ਪਰ ਇਹ ਦਰਖਤ ਦੇ ਗੁਣ ਨਹੀਂ ਗਾਉਂਦੇ। ਅਜੀਬ ਗੱਲ ਹੈ। ਬਬੀਹਾ ਪਾਣੀ 'ਚ ਬੱਦਲ ਕੋਲੋਂ ਲੈਂਦਾ, ਪਰ ਬੱਦਲ ਦੇ ਗੁਣ ਨਹੀਂ ਗਾਉਂਦਾ। ਉਹ ਮੇਘ ਦੇ ਗੁਣ ਨਹੀਂ ਗਾਉਂਦਾ, ਗੁਣ ਰੱਬ ਦੇ ਹੀ ਗਾਉਂਦਾ ਹੈ, ਪਰਮੇਸ਼ਰ ਦੀ ਗਾਉਂਦਾ ਹੈ। ਮਨੁੱਖ ਨੂੰ ਇਸ ਗੱਲ ਦਾ ਪਤਾ ਨਹੀਂ ਹੈ। ਇੱਥੋਂ ਤੱਕ ਮੈਂ ਦੁਖਾਂਤ ਦੀ ਗੱਲ ਕਰਾਂ, ਅੱਜ ਧਾਰਮਿਕ ਸਥਾਨਾਂ 'ਤੇ ਵੀ ਸਿਰਫ 2 ਤਰ੍ਹਾਂ ਦੇ ਗੁਣ ਗਾਏ ਜਾਂਦੇ ਨੇ। ਦਰਬਾਰ ਸੱਚੇ ਪਾਤਸ਼ਾਹ ਦਾ ਹੈ, ਦਰਬਾਰ ਗੁਰੂ ਦਾ ਹੈ, ਦਰਬਾਰ ਰੱਬ ਦਾ ਹੈ, ਪਰ ਅਸੀਂ ਗੁਣ ਸਿਰਫ 2 ਦੇ ਗਾ ਰਹੇ ਹਾਂ। ਜਾਂ ਤੇ ਬੰਦਾ ਆਪਣੇ ਗੁਣ ਆਪ ਗਾਉਂਦਾ ਹੈ, ਜਾਂ ਫਿਰ ਦੂਜਿਆਂ ਕੋਲੋਂ ਗਾਉਂਦਾ ਹੈ। ਮੈਂ ਕਹਿਣ 'ਚ ਸੰਕੋਚ ਨਾ ਕਰਾਂ। ਦੁੱਖ ਦੀ ਗੱਲ ਆਉਂਦੀ ਹੈ
ਜਿਨ੍ਹਾਂ ਨੇ ਰੱਬ ਦੇ ਗੁਣ ਗਾਉਣੇ ਸਨ। ਅਸੀਂ ਲੋਕ ਵੀ, ਰਾਗੀ ਗ੍ਰੰਥੀ ਵੀ, ਬਹੁਤੇ ਪ੍ਰਚਾਰਕ ਵੀ ਬਸ ਕੁਝ ਖੁਸ਼ਾਮਦ ਵਾਲੇ ਲੋਕਾਂ ਦੇ ਗੁਣ ਗਾ ਰਹੇ ਨੇ। ਦਰਬਾਰ ਉਹਦਾ ਹੈ, ਗੁਣ ਕਿਸੇ ਮਨੁੱਖ ਦੇ ਗਾ ਰਹੇ ਨੇ। ਪਰ ਸਹਿਬਾਗ ਜੀ ਨੇ ਕਹਿੰਦੇ, ਭਲਿਆ ਮੈਂ ਤੈਨੂੰ ਦੱਸਣਾ ਚਾਹੁੰਦਾ, ਤੇਰੇ ਨਾਲੋਂ ਤਾਂ ਪੰਛੀ ਚੰਗੇ ਨੇ, ਤੇਰੇ ਨਾਲੋਂ ਪੰਛੀ ਚੰਗੇ ਨੇ। ਉਹ ਕਦੇ ਕਿਸੇ ਮਨੁੱਖ ਦੀ ਖੁਸ਼ਾਮਦ ਨਹੀਂ ਕਰਦੇ, ਉਹ ਰੱਬ ਦੇ ਚਰਨਾਂ ਵਿੱਚ ਟੁੱਟਦੇ ਨੇ। ਫਰੀਦਾ ਹੋਂ ਬਲਿਹਾਰੀ ਜਿਨ੍ਹਾਂ ਪੰਖੀਆਂ, ਜੰਗਲ ਜਿਨ੍ਹਾਂ ਵਾਸ, ਕੰਕਰ ਚੁਗਨ ਥਲ ਬਸਨ, ਰੱਬ ਨਾ ਛੋਟਨ ਪਾਸ। ਕਿੰਨੇ ਚੰਗੇ ਨੇ ਉਹ। ਤੈਨੂੰ ਕਿੰਨੀ ਵਾਰੀ ਸਮਝਾਇਆ ਸੀ, ਹਰ ਗੁਣ ਪੜ੍ਹੀਏ, ਹਰ ਗੁਣ ਗੁਣੀਏ, ਹਰ ਹਰ ਨਾਮ ਕਥਾ ਨਿਤ ਸੁਣੀਏ। ਤੈਨੂੰ ਕਿੰਨੀ ਵਾਰੀ ਸਮਝਾਇਆ ਸੀ ਮਨਾ। ਇੱਥੇ ਮੈਂ ਇਕੱਠੇ ਹੀ ਉਹ ਕੀਤੇ ਨੇ ਜਿਹੜੇ ਰੱਬ ਦੇ ਗੁਣ ਗਾਉਂਦੇ ਨੇ। ਦੇਖੋ ਕਿੱਡੀ ਵੱਡੀ ਤਾਕਤ ਹੈ ਰੱਬ ਦੇ ਗੁਣਾਂ 'ਚ। ਅੰਮ੍ਰਿਤ ਬੋਲ ਚੇਤੇ ਵਿੱਚ ਰੱਖਿਓ। ਭਗਤ ਨਾਮ ਦੇ ਵਿੱਚ ਜਿਹੜਾ ਪਾਵਨ ਸ਼ਬਦ ਹੈ, ਹਸਟ ਖੇਲਤ ਤੇਰੇ ਦਿਹੁਰੇ ਆਇਆ, ਭਗਤ ਕਰਤ ਨਾਮਾ ਪਕੜ ਉਠਾਇਆ, ਹੀਨੜੀ ਜਾਤ ਮੇਰੀ ਜਾਤ ਮਰਾਇਆ, ਛਿਪੇ ਕੇ ਜਨਮ ਕਾਹੀ ਕੋ ਆਇਆ। ਕਹਿੰਦੇ ਮੈਂ ਮੰਦਰ ਵਿੱਚ ਉਹਨਾਂ ਨੂੰ ਸਮਝਾਉਣ ਵਾਸਤੇ ਚਲਾ ਗਿਆ ਤੇ ਮੈਂ ਤਾਂ ਰੱਬ ਦੀ ਯਾਦ ਵਿੱਚ ਟੁਰ ਬੈਠਾ ਸੀ। ਹੋਇਆ ਕਿ ਉਹਨਾਂ ਨੇ ਮੈਨੂੰ ਬਾਂਹ ਪਕੜ ਕੇ ਬਾਹਰ ਕੱਢ ਦਿੱਤਾ। ਚੰਗਾ ਮੰਦਾ ਵੀ ਬੋਲਿਆ, ਧੌਲ ਧੱਪਾ ਵੀ ਕੀਤਾ। ਤੂੰ ਮੰਦਰ 'ਚ ਕਿਵੇਂ ਆ ਸਕਣਾ? ਲੈ ਕੰਬਲੀ ਚੱਲਿਓ ਪਲਟਾਏ, ਦਿਵਰੇ ਪਾਛੇ ਬੈਠਾ ਜਾਏ। ਜਿਉਂ ਜਿਉਂ ਨਾਮਾ ਹਰ ਗੁਣ ਉਚਰੈ, ਆ ਸੀ ਤਾਕਤ ਮਨਾ ਰੱਬ ਦੇ ਗੁਣ ਗਾਉਣ ਦੀ। ਜਿਉਂ ਜਿਉਂ ਨਾਮਾ ਹਰ ਗੁਣ ਉਚਰੈ, ਭਗਤ ਜਨਾ ਕੋ ਦਿਹੁਰਾ ਫਿਰੈ। ਕਹਿਣ ਲੱਗੇ ਲੋਕ ਭਗਤ ਨਾਮਦੇਵ ਕੋਲ ਆ ਕੇ ਉਹ ਰੱਬ ਦੇ ਗੁਣ ਗਾਉਣ ਵਾਲੇ ਦੀ ਗੱਲ ਸੁਣੀਏ, ਮਾਲਕ ਦੇ ਗੁਣ ਗਾਉਣ ਵਾਲੇ ਦੀ ਗੱਲ ਸੁਣੀਏ। ਉਹਦੇ ਚਰਨਾਂ ਵਿੱਚ ਬੈਠ ਗਏ। ਇੱਥੇ ਬਸ ਨਹੀਂ, ਕਬੀਰ ਸਾਹਿਬ ਦਾ ਇੱਕ ਬਚਨ ਚੇਤੇ ਵਿੱਚ ਰੱਖਿਓ। ਉਹ ਕਹਿੰਦੇ ਵੀ ਮੈਂ ਤੈਨੂੰ ਗੱਲ ਪੁੱਛਣੀ ਚਾਹੁੰਦਾ। ਹਾਂ, ਇਹ ਗੱਲ ਮੈਂ ਪਹਿਲਾਂ ਕਬੂਲ ਕਰਦਾ, ਜਾਤ ਜੁਲਾਹਾ ਮਤ ਕਾ ਤੀਰ। ਹਾਂ ਕਿ ਮੈਂ ਜੁਲਾਹਾ, ਪਰ ਮੈਂ ਮਤ ਦਾ ਬੜਾ ਟਿਕਿਆ ਹੋਇਆ। ਸਹਿਜ ਸਹਿਜ ਗੁਣ ਰਮੇ ਕਬੀਰ। ਕਹਿੰਦੀ ਮੈਂ ਤਾਂ ਸਹਿਜ ਸਹਿਜ ਨਾਲ ਰੱਬ ਦੇ ਗੁਣ ਗਾਉਣਾ, ਮੈਂ ਕਿਸੇ ਦੀ ਮੁਤਾਬਿਕ ਨਹੀਂ ਕਰਦਾ। ਬੰਦੇ ਨੂੰ ਪਤਾ ਲੱਗ ਜਾਏ ਫਿਰ ਵੀ ਨਾ ਹਟੇ। ਕਹਿਣ ਲੱਗੇ ਮੈਂ ਤੇ ਰੱਬ ਦੇ ਗੁਣ ਗਾਉਣੇ। ਰੱਬ ਦੇ ਗੁਣ ਗਾਉਣ 'ਚ ਕੀ ਲਾਭ ਹੋਇਆ? ਕਿੱਡਾ ਗਜਬ ਦਾ ਬਚਨ ਹੈ। ਕਹਿਣ ਲੱਗੇ ਤੂੰ ਬਾਹਮਣ ਦੇਖ, ਮੇਰੀ ਤਾਂ ਕਿਰਤ ਵੱਖਰੀ ਹੈ, ਤੇਰੀ ਕਿਰਤ ਵੱਖਰੀ ਹੈ। ਤੂੰ ਬਾਹਮਣ ਹੈ, ਤੂੰ ਬ੍ਰਾਹਮਣ ਹੈ। ਤੂੰ ਕਿੰਨੇ ਵੇਦ ਗ੍ਰੰਥ ਪੜ੍ਹਦਾ, ਕਿੰਨੇ ਧਾਰਮਿਕ ਗ੍ਰੰਥ ਪੜ੍ਹਨਾ, ਲੋਕਾਂ ਨੂੰ ਖੁਦਾ ਦੀਆਂ ਰੱਬ ਦੀਆਂ ਗੱਲਾਂ ਸੁਣਾਉਣਾ, ਪਰ ਫਿਰ ਵੀ ਮੈਂ ਤੇਰੀ ਤੋਂ ਹੈਰਾਨ ਹੈ। ਤੂੰ ਬਾਹਮਣ, ਮੈਂ ਕਾਂਸੀ ਕ ਜੁਲਾਹਾ। ਮੈਂ ਤਾਂ ਕਾਂਸੀ ਦਾ ਜੁਲਾਹਾ ਹੈ, ਮੈਨੂੰ ਤਾਂ ਹੱਕ ਹੀ ਕੋਈ ਨਹੀਂ ਸੀ ਰੱਬ ਦੀ ਗੱਲ ਕਰਨ ਦਾ। ਫਿਰ ਵੀ ਮੈਂ ਤੈਨੂੰ ਇੱਕ ਗੱਲ ਕਹਿਣਾ, ਉਹ ਲੋਕਾਂ ਨੂੰ ਗਿਆਨ ਵੰਡਣ ਵਾਲੇ ਆ, ਅੱਜ ਮੇਰੇ ਗਿਆਨ ਨੂੰ ਸਮਝੀ। ਤੂੰ ਬੜਾ ਸਿਆਣਾ ਬੰਦਾ, ਸਮਝੀ। ਕਹਿਣ ਲੱਗੇ ਤੂੰ ਬਾਹਮਣ, ਮੈਂ ਕਾਂਸੀ ਕ ਜੁਲਾਹਾ, ਬੂਝੋ ਮੋਰ ਗਿਆਨਾ। ਤੁਮ ਤੋਂ ਜਾਚੇ ਭੂਪਤ ਰਾਜੇ, ਹਰਸ਼ਿਓ ਮੋਰ ਧਿਆਨਾ। ਕਹਿਣ ਲੱਗੇ ਤੂੰ ਇੰਨੇ ਧਾਰਮਿਕ ਗ੍ਰੰਥ ਪੜ੍ਹ ਕੇ ਵੀ ਰਾਜੇ ਮਹਾਰਾਜਿਆਂ ਦੀਆਂ ਚਾਕਰੀਆਂ ਕਰਦਾ ਫਿਰੀ ਜਾਂਦਾ, ਪਰ ਮੈਂ ਤੈਨੂੰ ਪੁੱਛਣਾ ਚਾਹੁੰਦਾ, ਅਮੀਰਾਂ ਦੀ ਚਾਕਰੀ ਕਰਨ ਵਾਲੇ ਆ, ਹਰਸ਼ਿਓ ਮੋਰ ਧਿਆਨਾ। ਮੈਂ ਇਕੱਲੇ ਰੱਬ ਤੇ ਹੀ ਧਿਆਨ ਰੱਖਿਆ, ਮੈਂ ਕਦੇ ਕਿਸੇ ਦੀ ਮੁਤਾਬਿਕ ਨਹੀਂ ਕੀਤੀ। ਸਾਨੂੰ ਵੀ ਇਤਬਾਰ ਨਹੀਂ ਆਉਂਦਾ ਵੀ ਰੱਬ ਰਿਜ਼ਕ ਦਾਤਾ ਹੈ। ਰੱਬ ਦੇ ਗੁਣ ਕਿਉਂ ਗਾਉਣੇ ਨੇ? ਉਹਦਾ ਕਾਰਨ ਹੈ, ਪਹਿਲੀ ਗੱਲ, ਰੱਬ ਨੇ ਹੀ ਸਮੁੱਚੀ ਕਾਇਨਾਤ ਪੈਦਾ ਕੀਤੀ ਹੈ। ਜੋ ਕੁਛ ਪੈਦਾ ਕੀਤਾ ਹੈ ਰੱਬ ਨੇ ਕੀਤਾ ਹੈ, ਨਿਰੰਕਾਰ ਨੇ ਕੀਤਾ। ਇਹ ਤਾਂ ਬਹੁਤ ਵਾਰੀ ਪੜ੍ਹਨੇ ਆਪਾਂ। ਮਾਲਕ ਜੀ ਮੈਨੂੰ ਪਤਾ ਲੱਗਿਆ ਸਾਰਾ ਸੰਸਾਰ ਤੇਰੇ ਹੁਕਮ ਵਿੱਚ ਪੈਦਾ ਹੋਇਆ, ਆਪੀ ਨੇ ਆਪ ਸਾਜਿਓ। ਤੈਨੂੰ ਕਿਸੇ ਨਹੀਂ ਬਣਾਇਆ, ਆਪੀ ਨੇ ਰਚਿਓ ਨਾਉ। ਤੂੰ ਆਪਣਾ ਨਾਮ ਵੀ ਆਪ ਪੈਦਾ ਕੀਤਾ, ਨਾਮਣਾ
आपी ने आप साजियो आपी ने रचियो नाओ, दोई कुदरत साजी है, कर आसन डिठो जाओ। दाता करता आप तू, तुस देवे करें पसाओ। तू जान होई सब से, जे लैसै जिंद कवाओ, कर आसन डिठो जाओ। इसलिए रब दे गुण गाने ने, क्योंकि पैदा ही रब तो होया। एक दिन वक्त आएगा जदों सारा खलारा रब संकोच लेगा, उदों भी उन्हें कल्ले रब नहीं बचना, बाकी सारा कुछ अकाल शब्द जुड़िया ही रब नाल केवल, बाकी सारा कुछ काल के अधीन है। इथों तक मौत दी भी मौत है। जदों दुनिया च कोई चीज़ नहीं रह जाएगी मौत करने वाली, तो मौत भी तो खत्म हो जाएगी ना। फिर मौत दी भी मौत है, पर रब की मौत नहीं है, परमेश्वर की मौत नहीं है। ना वो मरे न होवे सोग, जिंदा रहे न चुके भोग। तो साहब कहते भी जिस रब तो पैदा होए, जिस रब ने आखिर नूं रहना है, जिस रब दे नाम करके सारा संसार चल रहा है। अज जितना कुछ भी तुसी तकदे हो, नाम के धारे सगले जंत, नाम के धारे खंड ब्रह्मंड। कदे सुनिया भी किसी की मुताजगी नहीं की कि तेन रोटी ना मिलेगी। लोग बीमार हो गए, भी उन्हें किसी की मुताजगी नहीं सी की। ते एक गुरबाणी विच बहुत बारी वचन आए ने, ये जिन्हां रब का नाम नहीं जपिया वो किवें दुख भोगते हैं, जिन्हां रब का नाम जपिया वो किवें मालिक के चरणों में जुड़ गए, जिन्हां ने गुण गाए उन्होंने की सुख मिलया। बसंत स्वर्ग लोक है, जितते पृथ्वी नभ खंडने, बिसरंत हर गोपाल्या नानक, ते प्राणी उद्यान भ्रमणे। किन्ने ऐसे बचन ने, नाम बिना जो पहरे काए, ज्यों कुकर जूठन में पाए, नाम बिना जीता व्यवहार, जो मृतक मिथ्या श्रृंगार। दुलभ दे पाई बड़ भागी, राम न जपै ते आत्म घाती, मर न जाही जिना विसरत नाम, नाम भी हूँ जीवन कौन काम। बड़े ऐसे बचन ने। हर विसरत सदा खुआरी, ताको धोखा कहाँ व्यापै, जाको ओट तो हारी। जेड़े नाम ने मां दे पेट विच तेरी प्रतिपालना की, एक पल में रुकना है जी। बड़ी तवज्जो दी के समझो। माता दे उदर विच नाम तां सी, पर अखर नहीं सी। चेते रखियो, माता दे उदर विच नाम तां सी, पर अखर नहीं सी। अखर तां वो जदों दुनिया विच आए ते जेड़े परिवार च जम्मिया ओही जे अखर मिल गए। हिंदू धर्म च जम्मिया उन्हें कन्न च पाता राम कहा कर, इस्लाम धर्म च जम्मिया उन्हें कहता खुदा कहा कर, सिख धर्म च जम्मिया उन्होंने वाहिगुरू शब्द कन्ना विच पा दिता। अखर शब्द बाद विच मिले, नाम पहला सी तेरे कोल। माता के उदर में प्रतिपाल करे, सो क्यों मनो विसारिए, मनो क्यों विसारिए एवड़ दाता, जे अगन में आर पहुंचावे। उदों भी रब तेरे कोल सी, मात गर्भ में आपन सिमरन दे, तै तुम राखन हारे। गुण तां उहदे गाउने सी, जेड़ा तिथै तुम समरथ, जिथै कोई ना है, उठे तेरी रख। अग्नि उदर माहे, सुन के जम के दूत नाए, तेरा छट जाए। छोटी जी बेनती करो। भाई गुरदास जी का एक वचन है बड़ा प्यारा। सतगुर साहिब छट के मनमुख होए बंदे दा बंदा, हुक्मी बंदा होए के नित उठ जाए सलाम करन दा। कहते मनमुख बंदे का बंदा बन जाता। किन्ने डेरे ने, किन्ना कुछ चल रहा मनुख की खुशामद है। मनमुख बंदे का बंदा बन जाता, हुक्मी बंदा कोई कह नित उठ जाए सलाम करन दा। आठ पहर हाथ जोड़ के होए हजूरी खड़ा रहंदा। हर वक्त हाथ जोड़ के खड़ा, की पता कदों नाराज हो जाए बंदे का, की पता। नींद ना भुख ना सुख, तिस सूली चढ़िया। ना अपनी नींद सौंदा है, ना अपनी नींद जागदा है। हर वक्त ही सूली चढ़िया होया, सूली चढ़िया रहे डरंदा। मनमुख बंदे का बंदा हो जाता जदों।
पानी पाला धुप छां, पाला ठंड होवे, गर्मी होवे, सर्दी होवे, मीह पैंदा होवे, पर उन्हें मनुख की खुशामद करन जाना ही है, वो रोक नहीं सकता। पानी पाला धुप छां, सिर उत्ते चले दुख सहंदा, आतिशबाजी सार वेख, रण अंदर घायल होए मरंदा। अपने मालिक के संकट आया वेख के आतिशबाजी भाव कहरां दी कोई आतिशबाजी भाव मन लो असला चलदा होवे, अग वरदी होवे, आतिशबाजी सार वेख रण अंदर घायल होए मरंदा। बंदे की खातर बंदा मर भी जाए ना, तो भाई गुरदास जी आखते कहते भलिया मैं तेरी कन्ना च गल पाउणी चाहुंदा बहुत कीमती, वो ये भई एडी वड्डी मनुख जी भगती करन वाले नूं मिलिया कि गुर पूरे बिन जोन पबंदा। वो भटकना विच ही है, गुरु पूरे तो बिना गुरु कोला। रब दे गुण गाउण दी जाच दसेगा गुरु, रब की परमेश्वर की इबादत करने का ढंग दसेगा गुरु। तुहानूं वक्त मिलिया भाई कान सिंह नाभा दे महान कोश विच फिरदोश शब्द पा के देखना। फिरदोश महमूद गजनवी दी सभा का एक कवि सी। 1025 दे विच इहदी डैथ हुई है। चढ़ाई कीता, तूस नगर का रहने वाला सी। ਇਹਦੀ खासियत की सी, अज आप क्यों याद करने हैं। इन्हें महमूद गजनवी की सभा विच बैठ के एक बारी कविता बोली। कविता की शब्दावली, कविता का ख्याल इतना वधिया सी। महमूद गजनवी इतना खुश होया, उन्हें एक गल कही, कहन लग्या सजना साडे परिवार की, साडी मेरे खानदान की अगर तू वडियाई लेके आवे ना इहो ਜਿਹੇ शब्दों में, तो यकीन करी मैं एक एक शेर के बदले एक एक मोड़ देंगा तेनों। महमूद गजन भी तुसी जानते होवोगे, सोमनाथ मंदिर किन्ना कुछ उन्हें लुटिया। 100 क्विंटल का सिर्फ एक वो संगल सी जिहदे नाल सोमनाथ के मंदिर च टल बन्निया होया सी। 100 क्विंटल का सोने का संगल सी। बाकी जी तो गल ही छड्डदी है, उन्होंने मूर्तियों में बहुत धन छपाया हुआ सी उन्होंने, पर वो विचार अपने को वक्त नहीं है ना। वो महमूद गजनवी दे बारे विच 30 साल ला के 60,000 शेर लेके आया। याद रखियो जदों दरबार च आया तो एडा बड़ा पुलंदा देख के महमूद गजनवी मुकर गया। वो कहन लग्या मैं तेनू रुपया देवांगा, ये एक शेर के बदले मोहर नहीं देंगा। एक कई रुपया की एक मोहर आती सी। कहन लग्या मैं रुपया देवांगा। उन्हें उस वेले मत्थे हथ मारिया, कहन लग्या मैनू रुपये भी नहीं चाहिए। भलिया तू किड्डा कमीना निकलिया। उहदे ग्रंथ विच अखीर च लिख के चला गया। बाद विच उन्हें पढ़ाया, मेरी बदनामी हुई तो उन्हें 60,000 मोहर दे के भेजे बंदे। जदों तूस नगर विच गए तो नगर खाली है, तो उन्होंने नगर दे विचों किसी बंदे को पूछा, पता लग्या कोई अर्थी जा रही है, तो सारे नगर के लोग उठे ने। उन्हें पूछा इन्हां च तूस भी इहदे विच फिरदोश भी होवेगा। उन्होंने जाके पूछा सी फिरदोश नूं मिलना है। कहन लग्या जनाजा फिरदोश दा ही जा रही है। उन्हें आख्या सी 60,000 मोहर लेके आए हैं। उसकी बेटी कहन लगी सानू नहीं लोड़, मनुख की खुशामद करके 30 साल ला दिते ते की मिलिया। ओ भलिया किते मालिक दे एक पल भी गुण गा के देखी, रब तेनू अपने वर्गा बना लेगा, परमेश्वर अपने वर्गा बना लेगा। आओ अज शुरुआत करिए। साहब जी कृपा करते ने, गुण गोबिंद गायो नहीं। जिस दिन गुरु ग्रंथ साहब की आरंभता होंगी उस दिन साहब कहते तेरी मेरी दोस्ती तां बननी है जे तू जप करेगा। आप जप की उंगल पकड़ के तुरना है, पर चेते रखी जप केवल अखरां का नहीं है। गुरु नानक का जप सुनन की गल करदा है, गुरु नानक का जप मनन की गल करदा है। बड़ी बारी जिक्र किया तुहाडे नाल, नानक गावीए गुणी निदान, गुणा के खजाने नूं गाउणा भरन के। गुरु 3 दिन गाउंदा रहा, गुरु 3 दिन गाउंदा रहा,
पता नहीं किस सियाने बंदे ने गल बना दी भी जे पाठ नहीं सुन होया भोग दे श्लोक ही सुन लिया, हालांकि इन्हों भोग दे श्लोक असी ना रखा होया। उदों गुरु तेग बहादुर साहब पुछते ने तेरे घर 35 महापुरखों ने बैठ के रब दीयां गल्लां कीतियां, तू गुण गाए बैठ के नाल? कहंदा नहीं। साहब कहंदे जन्म अकारथ की, रब दे मिलाप दी मिली हुई बारी तैनूं 3 दिनां च अज मालिक दा रूप बन जाना सी। भलिया एक एक शब्द सुनिया, ये ओ बाणी सी जिन्हें एक शब्द सुनिया रब दा रूप बन गए। ऊंच अपार बेअंत स्वामी कौन जाने गुण तेरे, गावत उधरे सुनते उधरे बिनसे पाप कनेरे, अज ये वरत जाना सी तेरे नाल। जन्म अकारथ कीन, कहो नानक हर भज मना, जेह बिद जल को मीन। बिद दा अर्थ हुंदा तरीका, आ तरीका सी रब दी इबादत करन दा। कहो नानक हर भज मना, किमें भजा किमें इबादत करा, सारे सुन लियो मैं बेनती करा। किसे फिर ना पुछदे फिरिए भाई मैं रब दी बंदगी किमें करा। सज्जा गोडा रखा, खब्बा गोडा रखा, चौंकड़ा मार के बैठा, पिठ सीधी करके बैठा, किन्ने कर्म कांडा चलाया हुआ सन। सब कहते आ तरीका अपना ले। केड़ा? कहो नानक हर भज मना, जे बिद जल को मीन। मीन का अर्थ हुंदा मच्छी। कहते जिमें मच्छी पानी नूं अपने जीवन का आधार बना के रखती है, जिस दिन तेनू रब का नाम आधार बन गया, जिस दिन तू अंदरों कवेगा साचा नाम मेरा आधारो, साच नाम आधार मेरा, जिन भुखा सब गवाइया, कर शांत सुख मन आए वसिया, जिन इच्छा सब पुजाइया। वेख मच्छी का जीवन, मीन पकड़ फंक्यो अर काट्यो, रांध कियो बानी, खंड खंड कर भोजन कीनो, तौ न बिसरियो पानी। जो मछली बिन पानी है क्यों जीवन पावे, बूंद भी होना जातरे को क्यों कर बतावे। नाद कुरंगे बेदिया सन्मुख उठतावे, भवर लोभी कुसुम बास का मिल आप बंधावे। त्यों संत जना हर प्रीत है। आ सी ढंग। हुण मच्छी केड़ी माला लैंदी है, मच्छी केड़ा चौंकड़ा मारदी, मच्छी केड़े भोरे च बैठदी है। जिहड़ी असल गल सी वो छड्ड दित्ती। जिवें मच्छी नूं आधार है पानी का, इवें सिख के जीवन विच, धर्मी बंदे के जीवन विच रब का सहारा होना चाहिए। उहदे गुण गा, रमैया के गुण चेत परानी, कवन मूल ते कवन दृष्टानी। जिन तू साच सवार शिंगारिया, गर्भ अगन में जिन्हें उबारिया। बार व्यवस्था तुझे प्यारे, दूध भर जोबन भोजन सुख सूद। बिरध भया ऊपर साख सैन, मुख अपयाओ बैठ को दैन। एहे निर्गुण गुण कछू न बूझै, बख्श लियो तो नानक सीजै। रब दे गुण गाइए, गुरु दे निरंकार दे गुण गाइए, फिर साडा जीवन ए लोक सुखीए परलोक सुहेले। नानक हर प्रभापे मेले, भुलां नूं खिमा करना। प्यार नाल आखो जी वाहिगुरू जी का खालसा, वाहिगुरू जी की फतेह।